ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਪ ਹਜ਼ੂਰੀ ਦੇ ਵਿੱਚ ਜੁੜ ਬੈਠੇ ਹੋ। ਵੱਡ ਭਾਗੇ ਹੋ, ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੇ ਹੋ। ਜਿਸ ਰੂਪ ਨਾ ਰੇਖਿਆ ਕੁਲ ਨਹੀਂ ਜਾਤੀ, ਪੂਰਨ ਪੂਰ ਰਹਿਆ ਦਿਨ ਰਾਤੀ। ਜੋ ਜੋ ਜਪੇ ਸੋਈ ਵੱਡ ਭਾਗੀ, ਬਹੁੜ ਨਾ ਜੋਨੀ ਪਾਵਣਾ। ਸੋ ਸਤਿਗੁਰ ਜਿਸ ਦਾ ਕੋਈ ਰੂਪ ਰੰਗ ਰੇਖ ਨਾ ਜਾਤ ਨਾ ਪਾਤ ਹੈ, ਜਿਹੜੇ ਪਰਮੇਸ਼ਰ ਕਾਲ ਪੁਰਖ ਪੋਥੀ ਪਰਮੇਸ਼ਰ ਕਾ ਥਾਨ। ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ 'ਚ ਜੁੜ ਬੈਠੇ ਹੋ, ਜਿਹੜੇ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣਾ ਕਰਦੇ ਹਨ। ਸੋ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ। ਸਭ ਤੋਂ ਪਹਿਲਾਂ ਆਪ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੈ ਨਾਰਾ। ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਨੇ 9ਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਸਰਵਣ ਕੀਤੀ ਸੀ, ਜਿਸ ਵਿੱਚ ਸਤਿਗੁਰਾਂ ਜੀ ਨੇ ਭਗਉਤੀ ਭਾਵ ਰਾਸ ਧਾਰੀਆਂ ਬਾਰੇ ਸਾਨੂੰ ਸਮਝਾਉਣਾ ਕੀਤਾ ਕਿ ਅਸਲੀ ਰਾਸ ਧਾਰੀ ਕੌਣ ਹੈ। ਇਸੇ ਤਰ੍ਹਾਂ ਹੀ ਅੱਜ ਚੌਥੀ ਪੌੜੀ ਵਿੱਚ ਸਤਿਗੁਰੂ ਕੀ ਉਪਦੇਸ਼ ਦੇ ਰਹੇ ਹਨ। ਇਸ ਪੌੜੀ ਦੇ ਵਿੱਚ ਪੰਡਤ ਦੇ ਲੱਖਣ ਬਿਆਨ ਕਰਦੇ ਹਨ ਕਿ ਸਤਿਗੁਰਾਂ ਜੀ ਪਾਸ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਸਾਨੂੰ ਪੰਡਤਾਂ ਦੇ ਲੱਖਣ ਵੀ ਦੱਸਣਾ ਕਰੋ। ਸੋ ਇਸ ਪੌੜੀ ਵਿੱਚ ਸਤਿਗੁਰੂ ਜੀ ਆਓ ਪੰਡਤਾਂ ਦੇ ਲੱਖਣ ਬਾਰੇ ਕੀ ਕਹਿ ਰਹੇ ਹਨ, ਸਮਝਣਾ ਕਰੀਏ ਜੀ। ਸੋ ਪੰਡਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮਹਿ ਸੋਧੈ। ਸੋ ਪੰਡਤ ਜੋ ਮਨ ਪ੍ਰਬੋਧੈ। ਸਤਿਗੁਰੂ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਮਝਾਉਣਾ ਕਰਦੇ ਹਨ ਕਿ ਸੋ ਪੰਡਤ ਉਹ ਅਸਲੀ ਪੰਡਤ ਹੈ ਜੋ ਮਨ ਪ੍ਰਬੋਧੇ। ਪ੍ਰਬੋਧੇ ਦਾ ਅਰਥ ਹੈ ਇਹ ਆਪਣੇ ਮਨ ਨੂੰ ਵਿਸ਼ੇਸ਼ ਕਰਕੇ ਬੋਧੇ ਵੀ ਭਾਵ ਸਮਝਾਉਣਾ ਕਰੇ। ਰਾਮ ਨਾਮ ਆਤਮ ਮਹਿ ਸੋਧੈ। ਸੋਧੇ ਦਾ ਅਰਥ ਹੈ ਖੋਜ ਕਰਨਾ, ਭਾਵ ਵੀ ਉਸ ਪਰਮੇਸ਼ਰ ਅਕਾਲ ਪੁਰਖ ਦਾ ਰਾਮ ਨਾਮ ਨੂੰ ਜਪਦਾ ਹੋਇਆ ਆਪਣੀ ਆਤਮਾ ਦੇ ਵਿੱਚ ਹੀ ਉਸ ਪਰਮੇਸ਼ਰ ਨੂੰ ਖੋਜਣਾ ਕਰੇ। ਜਿਸ ਤਰ੍ਹਾਂ ਸਤਿਗੁਰੂ ਫਰਮਾਉਂਦੇ ਹਨ, ਆਤਮ ਮੈਂ ਪਾਰ ਬ੍ਰਹਮ ਲਹੰਤੀ। ਆਤਮਾ ਦੇ ਵਿੱਚ ਉਸ ਅਕਾਲ ਪੁਰਖ ਹੈ। ਸੋ ਸਤਿਗੁਰ ਕਿਰਪਾ ਕਰਦੇ ਹਨ ਕਿ ਰਾਮ ਨਾਮ ਉਸ ਪਰਮੇਸ਼ਰ ਅਕਾਲ ਪੁਰਖ ਦੇ ਰਾਮ ਨੂੰ ਤੇ ਨਾਮ ਨੂੰ ਆਤਮ ਦੇ ਵਿੱਚ ਹੀ ਖੋਜਣਾ ਕਰੇ। ਰਾਮ ਨਾਮ ਸਾਰ ਰਸ ਪੀਵੈ। ਉਸ ਪਰਮੇਸ਼ਰ ਅਕਾਲ ਪੁਰਖ ਦਾ ਰਾਮ ਨਾਮ ਨੂੰ ਮਿੱਠਾ ਕਰਕੇ ਉਸਦੇ ਅੰਮ੍ਰਿਤ ਰਸ ਨੂੰ ਪੀਣਾ ਕਰਦਾ ਹੈ। ਉਸ ਪੰਡਤ ਕੈ ਉਪਦੇਸ਼ ਜਗ ਜੀਵੈ। ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਉਸ ਪੰਡਤ ਦੇ ਉਪਦੇਸ਼ ਭਾਵ ਕਿ ਸਾਰਾ ਹੀ ਜਗਤ ਉਸ ਤੋਂ ਉਪਦੇਸ਼ ਸਰਵਣ ਕਰੇ, ਉਸਦੇ ਬਚਨ ਸਰਵਣ ਕਰਦਾ ਹੈ। ਜਿਹੜਾ ਉਸ ਪਰਮੇਸ਼ਰ ਅਕਾਲ ਪੁਰਖ ਦੇ ਰਾਮ ਨਾਮ ਨੂੰ ਰਸ ਨੂੰ ਪੀਣਾ ਕਰਦਾ ਹੈ, ਉਸ ਪੰਡਤ ਦੇ ਉਪਦੇਸ਼ ਨੂੰ ਪੀਣਾ ਕਰਦਾ ਹੈ ਤਾਂ ਮੁਕਤ ਹੋ ਜਾਂਦਾ, ਜੀਵਨ ਮੁਕਤ ਹੋ ਜਾਂਦਾ ਹੈ। ਹਰ ਕੀ ਕਥਾ ਹਿਰਦੈ ਵਸਾਵੈ। ਸੋ ਹਰੀ ਪਰਮੇਸ਼ਰ ਅਕਾਲ ਪੁਰਖ ਦੀ ਕਥਾ ਨੂੰ ਆਪਣੇ ਹਿਰਦੇ 'ਚ ਵਸਾਉਣਾ ਕਰੇ। ਸੋ ਪੰਡਤ ਫਿਰ ਜੋ ਨ ਆਵੈ।
ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਫਿਰ ਐਸਾ ਪੰਡਤ, ਉਹ ਅਸਲੀ ਪੰਡਤ, ਉਹ ਪੰਡਤ ਹੈ। ਸੋ ਪੰਡਤ ਵੀ ਉਹ ਅਸਲੀ ਪੰਡਤ ਹੈ, ਫਿਰ ਜੂਨਾ ਵਿੱਚ ਨਹੀਂ ਆਉਂਦਾ। ਵੇਦ ਪੁਰਾਨ ਸਿਮਰਤ ਬੂਝੈ ਮੂਲ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਇੱਥੇ ਮੂਲ ਦਾ ਅਰਥ ਹੈ ਮੁੱਢ। ਵੇਦ ਪੁਰਾਨ ਭਾਵ ਕਿ ਵੇਦ ਪੁਰਾਨ ਸਿਮਰਤੀਆਂ ਜੋ ਮੂਲ ਮੁੱਢ ਵਿੱਚ ਹੀ ਪ੍ਰਮਾਤਮਾ ਦਾ ਰੂਪ ਕਥਨ ਹੈ। ਸੋ ਉਸ ਨੂੰ ਮੂਲ ਭਾਵ ਕਿ ਬੁੱਝਿਆ ਵੀ ਭਾਵ ਉਸ ਮੁੱਢ ਨੂੰ, ਪਰਮੇਸ਼ਰ ਕਾਲ ਪੁਰਖ ਨੂੰ ਇਸ ਪੁਸਤਕਾਂ ਰਾਹੀਂ, ਵੇਦ ਪੁਰਾਣ ਸਿਮਰਤੀਆਂ ਰਾਹੀਂ ਹੀ ਸਮਝਣਾ ਕਰਦਾ ਹੈ। ਸੂਖਮ ਮਹਿ ਜਾਣੈ ਅਸਥੂਲ। ਸੂਖਮ ਦਾ ਅਰਥ ਹੈ ਭਾਵ ਕਿ ਨਾ ਦਿਸਣ ਵਾਲਾ। ਪ੍ਰਭੂ ਪਰਮੇਸ਼ਰ ਕਾਲ ਪੁਰਖ ਸੂਖਮ ਹੈ, ਨਹੀਂ ਦਿਸਦਾ। ਤੇ ਅਸਥੂਲ ਦਾ ਅਰਥ ਹੈ ਦ੍ਰਿਸ਼ਟਮਾਨ ਜਗਤ, ਜਿਹੜਾ ਦਿਸਦਾ ਹੈ। ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਸੂਖਮ ਭਾਵ ਵੀ ਪਰਮੇਸ਼ਰ ਤਾਂ ਦਿਸਦਾ ਨਹੀਂ, ਪਰ ਇਹ ਜਗਤ ਦ੍ਰਿਸ਼ਟ ਪ੍ਰਭੂ ਦੇ ਆਸਰੇ ਹੀ ਹੈ। ਚਾਹੋ ਵਰਨਾ ਕਉ ਦੇ ਉਪਦੇਸ਼। ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਚਾਹੋ ਵਰਨਾ ਨੂੰ, ਖੱਤਰੀ ਸ਼ੂਦਰ ਵੈਸ ਬ੍ਰਾਹਮਣ, ਸਾਰਿਆਂ ਨੂੰ ਹੀ ਸਿੱਖਿਆ ਦੇਣਾ ਕਰੇ, ਉਪਦੇਸ਼ ਦੇਣਾ ਕਰੇ। ਨਾਨਕ ਉਸ ਪੰਡਤ ਕਉ ਸਦਾ ਆਦੇਸ਼। ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਉਸ ਪੰਡਤ ਕਉ, ਵੀ ਉਸ ਪੰਡਤ ਨੂੰ ਸਦਾ ਆਦੇਸ਼, ਵੀ ਸਦਾ ਹੀ ਹਮੇਸ਼ਾ ਹੀ ਅਸੀਂ ਨਮਸਕਾਰ ਕਰਦੇ। ਆਦੇਸ਼ ਦਾ ਅਰਥ ਹੈ ਨਮਸਕਾਰ। ਤੇ ਜਿਹੜਾ ਪੰਡਤ ਚੌ ਵਰਨਾਂ ਨੂੰ ਉਪਦੇਸ਼ ਦੇਣਾ ਕਰੇ, ਜਿਹੜਾ ਪੰਡਤ ਵੇਦ ਪੁਰਾਣ ਸਿਮਰਤ ਨੂੰ ਖੋਜੇ, ਭਾਵ ਵੀ ਉਸ ਪਰਮੇਸ਼ਰ ਕਾਲ ਪੁਰਖ ਨੂੰ ਹਰ ਕੀ ਕਥਾ ਹਿਰਦੇ ਵਸਾਵੇ, ਰਾਮ ਨਾਮ ਸਾਰ ਰਸ ਪੀਵੇ, ਸੋ ਪੰਡਤ ਜੋ ਮਨ ਪਰਬੋਧੇ। ਸੋ ਅਸਲੀ ਪੰਡਤ ਉਹ ਹੈ, ਸਤਿਗੁਰੂ ਜੀ ਕਿਰਪਾ ਕਰਦੇ ਹਨ। ਤੇ ਉਸ ਪੰਡਤ ਦੇ ਨਾਨਕ ਉਸ ਪੰਡਤ ਕੋ ਸਦਾ ਦੇ। ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਚੌ ਵਰਨਾ ਕੋ ਦੇ ਉਪਦੇਸ਼, ਜਿਹੜਾ ਚੌਵਾਂ ਵਰਨਾਂ ਨੂੰ ਹੀ, ਖੱਤਰੀ ਸ਼ੂਦਰ ਵੈਸ ਨੂੰ, ਬ੍ਰਾਹਮਣ ਨੂੰ ਸਿੱਖਿਆ ਦੇਵੇ, ਉਪਦੇਸ਼ ਦੇਵੇ, ਉਸ ਪਰਮੇਸ਼ਰ ਕਾਲ ਪੁਰਖ ਦਾ ਨਾਨਕ ਉਸ ਪੰਡਤ ਕੋ ਸਦਾ ਦੇ। ਅਸੀਂ ਵੀ ਉਸ ਨੂੰ ਨਮਸਕਾਰ ਕਰਦੇ ਹਾਂ। ਸੋ ਸਤਿਗੁਰਾਂ ਨੇ ਕਿਰਪਾ ਕੀਤੀ, ਆਪ ਸਮੂਹ ਸੰਗਤਾਂ ਨੇ 9ਵੀਂ ਅਸ਼ਟਪਦੀ ਦੀ 4ਥੀ ਪੌੜੀ ਦੀ ਸਰਵਣ ਕੀਤੀ। ਬੇਅੰਤੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ। ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ਲਣ ਸ਼ਬਦ ਦੀ ਵਿਚਾਰ ਕਰਦੇ ਹਾਂ, ਗੁਰਬਾਣੀ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਲਗਾ ਮਾਤਰਾ ਵਿਸ਼ਰਾਮਾਂ ਵਿੱਚ ਵੀ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਸਭ ਸੰਗਤਾਂ ਨੇ ਗੁਰੂ ਸਾਹਿਬ ਬਖਸ਼ ਲੈਣ। ਇਸੇ ਤਰ੍ਹਾਂ ਹੀ ਕੱਲ੍ਹ ਨੂੰ 9ਵੀਂ ਅਸ਼ਟਪਦੀ ਦੀ 5ਵੀਂ ਪੌੜੀ ਦੀ ਕਥਾ ਵਿਚਾਰ ਹੋਵੇਗੀ। ਸਮੂਹ ਸੰਗਤਾਂ ਨੇ ਹੀ ਕਥਾ ਵਿਚਾਰ ਸਰਵਣ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਤੇ ਆਪਣਾ ਜੀਵਨ ਸਫਲਾ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।